ਅੱਜ ਅਸੀਂ ਕਰਾਂਗੇ ਜਿਹੜਾ ਆਪਾਂ ਪਿਛਲੇ ਲੈਕਚਰ ਦੇ ਵਿੱਚ ਕੀਤੀ ਸੀ ਇੱਕ ਪੋਇਮ ਜਿਸ ਦਾ ਨਾਮ ਸੀ ਅਬੂ ਬਿਨ ਐਡਮ। ਔਰ ਉਸ ਪੋਇਮ ਦੇ ਵਿੱਚ ਆਪਾਂ ਇਹ ਪੜ੍ਹਿਆ ਸੀ ਕਿ ਇੱਕ ਅਬੂ ਬਿਨ ਐਦਮ ਜਿਹੜਾ ਸੀ ਉਹਦੇ ਕੋਲ ਇੱਕ ਫਰਿਸ਼ਤਾ ਆਉਂਦਾ ਤੇ ਉਹ ਉਹਨਾਂ ਲੋਕਾਂ ਦੇ ਨਾਮ ਲਿਖਦਾ ਜਿਹੜੇ ਪ੍ਰਮਾਤਮਾ ਨੂੰ ਪਿਆਰ ਕਰਦੇ ਆ। ਪਰੰਤੂ ਅਬੂ ਬਿਨ ਐਦਮ ਕਹਿੰਦਾ ਕਿ ਮੈਂ ਤੇ ਪ੍ਰਮਾਤਮਾ ਦੇ ਬੰਦਿਆਂ ਬਣਾਏ ਹੋਏ ਬੰਦਿਆਂ ਨੂੰ ਪਿਆਰ ਕਰਦਾ। ਸੋ ਫਰਿਸ਼ਤਾ ਜਿਹੜੀ ਸੂਚੀ ਬਣਾਉਂਦਾ ਉਹਦੇ ਵਿੱਚ ਉਹ ਸਭ ਤੋਂ ਉੱਪਰ ਨੇਮ ਜਿਹੜਾ ਉਹ ਅਬੂ ਬਿਨ ਐਦਮ ਦਾ ਲਿਖਦਾ। ਸੋ ਇਸ ਸਟੋਰੀ ਦਾ, ਇਸ ਪੋਇਮ ਦਾ ਜਿਹੜਾ ਉਹ ਸੈਂਟਰਲ ਆਈਡੀਆ ਕਿ ਪਰਮਾਤਮਾ ਦੇ ਬੰਦਿਆਂ ਨੂੰ ਪਿਆਰ ਕਰਨਾ ਹੀ ਪਰਮਾਤਮਾ ਨੂੰ ਪਿਆਰ ਕਰਨਾ। ਸੋ ਅੱਜ ਅਸੀਂ ਇਸ ਦਾ ਜਿਹੜਾ ਹੈਗਾ ਨੈਕਸਟ ਪਾਰਟ ਉਹ ਕਰਾਂਗੇ। ਅੱਜ ਆਪਾਂ ਐਕਸਰਸਾਈਜ਼ ਜਿਹੜੀ ਆਪਾਂ ਦੇਖਦੇ ਹਾਂ ਕੀ ਇਹਦੇ 'ਚ ਦਿੱਤਾ ਗਿਆ। ਇਨਕਰੀਜ਼ ਸਭ ਤੋਂ ਪਹਿਲਾਂ ਹੈਗੇ ਆ ਸਾਡੇ ਕੋਲ ਵੋਕੈਬਲਰੀ, ਨਿਊ ਵਰਡਸ ਜਿਹੜੇ ਸਾਡੇ ਕੋਲ ਆਏ ਨੇ, ਫਰੇਜ਼ਸ ਐਂਡ ਦੇਅਰ ਯੂਜ਼ਸ। ਆਪਣੀ ਵੋਕੈਬਲਰੀ ਨੂੰ ਵਧਾਉਂਦੇ ਜਾਣਾ ਚਾਹੀਦਾ। ਇਸ ਚੀਜ਼ ਦੇ ਵਿੱਚ ਸਾਨੂੰ ਖਜ਼ਾਨਾ ਇਕੱਠਾ ਕਰਦੇ ਜਾਣਾ ਚਾਹੀਦਾ ਕਿਉਂਕਿ ਇੰਗਲਿਸ਼ ਦੇ ਵਿੱਚ ਪੜ੍ਹਨ ਜਾਂ ਪੜ੍ਹਾਉਣ ਜਾਂ ਸਮਝਣ ਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਰੋਲ ਜਿਹੜਾ ਉਹ ਵੋਕੈਬਲਰੀ ਦਾ, ਕਿਉਂਕਿ ਸਾਡੇ ਕੋਲ ਵਰਡ ਮੀਨਿੰਗ ਹੋਣਗੇ, ਵੋਕੈਬਲਰੀ ਹੋਏਗੀ ਤੇ ਅਸੀਂ ਇੰਗਲਿਸ਼ ਪੜ੍ਹ ਸਕਾਂਗੇ ਜਾਂ ਸਮਝ ਸਕਾਂਗੇ। ਸੋ ਸਭ ਤੋਂ ਪਹਿਲਾਂ ਕਹਿੰਦਾ ਇਨਕਰੀਜ਼, ਬਿਕਮ ਗ੍ਰੇਟਰ ਇਨ ਅਮਾਊਂਟ ਔਰ ਨੰਬਰ, ਵਧਣਾ। The price of oil has been increased, ਤੇਲ ਦੀਆਂ ਕੀਮਤਾਂ ਵਧ ਗਈਆਂ ਨੇ। ਐਕਸੀਡਿੰਗ, ਪਾਰ ਕਰ ਜਾਣਾ ਕਿਤੇ ਕਿਸ ਚੀਜ਼ ਨੂੰ। ਟੂ ਬੀ ਗ੍ਰੇਟਰ ਇਨ ਅਮਾਊਂਟ ਆਫ ਨੰਬਰ। ਯੂਅਰ ਐਕਸਪੈਂਡੀਚਰ ਇਜ਼ ਐਕਸੀਡਿੰਗ ਯੂਅਰ ਇਨਕਮ, ਵੱਡੀ ਹੋ ਜਾ ਰਹੀ ਹੈ ਤੁਹਾਡੀ ਐਕਸਪੈਂਡੀਚਰ ਜਿਹੜੇ ਆ ਉਹ ਤੁਹਾਡੀ ਇਨਕਮ ਤੋਂ ਜ਼ਿਆਦਾ ਹੋ ਗਏ ਨੇ, ਮਤਲਬ ਵੱਧ ਗਏ ਨੇ, ਐਕਸੀਡ ਕਰ ਗਏ ਨੇ, ਹੱਦ ਕ੍ਰਾਸ ਕਰ ਗਏ ਆ। Presence, a person or spirit that you cannot see but that you feel is near. Presence ਦਾ ਮਤਲਬ ਆ ਕੋਈ ਹਾਜ਼ਰੀ, ਜਿੱਦਾਂ ਤੁਹਾਨੂੰ ਲੱਗਦਾ ਕਿ ਕੋਈ ਹੈ ਪਰ ਹੁੰਦਾ ਨਹੀਂ। She felt a presence behind her. ਉਹਨੇ ਆਪਣੇ ਪਿੱਛੇ ਕੋਈ ਕਿਸੇ ਦੀ presence, ਕਿਸੇ ਦੀ ਹਾਜ਼ਰੀ ਮਹਿਸੂਸ ਕੀਤੀ। Vanished, disappeared, ਗੁਪਤ ਹੋ ਜਾਣਾ, ਲੁਪਤ ਹੋ ਜਾਣਾ। All fear has vanished from my life since I believe in God. ਸਾਰੇ ਡਰ ਮੇਰੀ ਜ਼ਿੰਦਗੀ 'ਚੋਂ ਗੁਪਤ ਹੋ ਗਏ, ਨੱਠ ਗਏ, ਭੱਜ ਗਏ, ਖਤਮ ਹੋ ਗਏ ਜਦੋਂ ਮੈਂ ਪਰਮਾਤਮਾ 'ਚ ਵਿਸ਼ਵਾਸ ਰੱਖਣਾ ਸ਼ੁਰੂ ਕਰ ਦਿੱਤਾ। ਵਿਜ਼ਨ, ਏ ਪਿਕਚਰ ਇਨ ਯੂਅਰ ਇਮੈਜੀਨੇਸ਼ਨ। ਸਾਡੀ ਇਮੈਜੀਨੇਸ਼ਨ ਦੇ ਵਿੱਚ ਜਿਹੜੀ ਕੋਈ ਪਿਕਚਰ ਹੁੰਦੀ ਆ ਉਹ ਸਾਡਾ ਵਿਜ਼ਨ ਹੁੰਦੀ ਆ, ਉਹ ਸਾਡਾ ਖਿਆਲ ਹੁੰਦਾ। ਸੋ ਉਹਨੂੰ ਵਿਜ਼ਨ ਕਹਿੰਦੇ ਆ। ਕਹਿੰਦੇ ਕਿ ਦਾ ਆਈਡੀਆ ਕੇਮ ਟੂ ਹਰ ਇਨ ਏ ਵਿਜ਼ਨ, ਉਹਦੇ ਦਿਮਾਗ ਦੇ ਵਿੱਚ ਇੱਕ ਖਿਆਲ ਆਇਆ, ਆਈਡੀਆ, ਉਹਦੀ ਵਿਜ਼ਨ ਲੈ ਕੇ ਆਇਆ। ਇਮੈਜੀਨੇਸ਼ਨ ਦੇ ਵਿੱਚ ਉਹਦੇ 'ਚ ਇੱਕ ਆਈਡੀਆ ਆਇਆ। ਨੈਕਸਟ ਹੈ ਕੰਪਲੀਟ ਐਂਡ ਐਪਰੀਸੀਏਸ਼ਨ ਆਫ ਦਾ ਪੋਇਮ, ਕੰਪਰੀਹੈਂਸ਼ਨ ਐਂਡ ਐਪਰੀਸੀਏਸ਼ਨ ਆਫ ਦਾ ਪੋਇਮ। ਸੋ ਟਿਕ ਜਿਹੜਾ ਹੈਗਾ ਅਸੀਂ ਕਰਨੇ ਆ, ਦਿਸ ਪੋਇਮ ਕਨਵੇਜ਼ ਦਾ ਆਈਡੀਆ। ਜਿਹੜੇ ਇਹਦੇ ਨਾਲ ਰੈਲੀਵੈਂਟ ਵਰਡਸ, ਸੈਂਟੈਂਸਸ ਨੇ ਜਿਹਦੇ 'ਚ ਆਈਡੀਆ ਕਨਵੇ ਹੁੰਦਾ ਇਸ ਪੋਇਮ ਦਾ, ਉਹ ਸੈਂਟੈਂਸਸ ਸਟਿਕ ਕਰਨੇ ਆ। ਸਭ ਤੋਂ ਪਹਿਲਾਂ ਕਹਿੰਦਾ ਹੈ ਕਿ ਗॉड ਹੈਲਪਸ ਦੋਜ਼ ਹੂ ਹੈਲਪ ਦੈਮਸੈਲਵਸ। ਇਹ ਆਈਡੀਆ ਇਹਦੇ ਵਿੱਚ ਨਹੀਂ ਹੈਗਾ, ਬੇਸ਼ੱਕ ਕਰੈਕਟ ਆ ਬਟ ਇਸ ਪੋਇਮ 'ਚ ਆਈਡੀਆ ਨਹੀਂ ਹੈਗਾ। ਲਵ ਆਫ ਮੈਨ ਇਜ਼ ਦਾ ਲਵ ਆਫ ਗॉड। ਯੈਸ, ਜਿਹੜੇ ਪਰਮਾਤਮਾ ਨੂੰ ਪਿਆਰ ਪਰਮਾਤਮਾ ਦੇ ਬਣਾਏ ਬੰਦਿਆਂ ਨੂੰ ਪਿਆਰ ਕਰਦੇ, ਉਹੀ ਪਰਮਾਤਮਾ ਨੂੰ ਪਿਆਰ ਕਰਦੇ ਆ ਜਾਂ ਉਹੀ ਪਰਮਾਤਮਾ ਦਾ ਪਿਆਰ ਹੁੰਦਾ। ਇਹ ਕਰੈਕਟ ਹੈ, ਇਹਦੇ ਵਿੱਚ ਇਹੀ ਗੱਲ ਕਹੀ ਗਈ ਆ। God blesses those who love fellow human beings. Yes, ਇਹਦੇ ਵਿੱਚ ਇਹ ਵੀ ਗੱਲ ਕਹੀ ਗਈ ਆ ਕਿ ਪਰਮਾਤਮਾ ਉਹਨਾਂ 'ਤੇ ਕਿਰਪਾ ਕਰਦਾ ਜਿਹੜੇ ਪਰਮਾਤਮਾ ਦੇ ਬਣਾਏ ਬੰਦਿਆਂ ਨੂੰ ਪਿਆਰ ਕਰਦੇ ਆ। God appears in our dreams. ਇਹਦੇ 'ਚ ਨਹੀਂ ਕਿਹਾ ਗਿਆ ਕਿਉਂਕਿ ਇਹਦੇ 'ਚ ਡ੍ਰੀਮਸ ਦੇ ਵਿੱਚ God ਨਹੀਂ, God ਦਾ ਭੇਜਿਆ ਹੋਇਆ ਇੱਕ ਫਰਿਸ਼ਤਾ ਆਉਂਦਾ। With God all things are possible. ਇਸ ਪੋਇਮ ਦੇ ਵਿੱਚ ਇਹੋ ਜਿਹੀ ਵੀ ਕੋਈ ਗੱਲ ਨਹੀਂ ਕੀਤੀ ਗਈ। Fear the man who fears not God. ਇਹਦੇ 'ਚ ਇਸ ਵਿਸ਼ੇ 'ਤੇ ਵੀ ਗੱਲ ਨਹੀਂ ਹੋਈ। ਮੈਨ ਪ੍ਰਪੋਜ਼ਸ ਐਂਡ ਗॉड ਡਿਸਪੋਜ਼ਸ, ਇਹਦੇ 'ਚ ਇਸ ਵਿਸ਼ੇ 'ਤੇ ਵੀ ਗੱਲ ਨਹੀਂ ਹੋਈ। ਸੋ ਅਕੋਰਡਿੰਗ ਟੂ ਦਾ central idea of this poem, these both sentences are correct and rest of sentences are not matching the idea of this poem. Next है instead of saying light of the moon we can say moonlight.
ਆਪਾਂ ਇਹ ਕਹਿਣ ਦੀ ਬਜਾਏ ਕਿ ਚੰਦਰਮਾ ਦੀ ਰੋਸ਼ਨੀ ਤੇ ਆਪਾਂ ਕਹਿ ਦਿੰਦੇ ਆ ਚਾਨਣੀ ਰਾਤ, ਮੂਨ ਲਾਈਟ, ਅੱਜ ਚਾਨਣੀ ਰਾਤ ਹੈ। ਸੋ ਕਹਿੰਦੇ ਵਿਚ ਇਜ਼ ਏ ਕੰਪਾਊਂਡ ਵਰਡ, ਇੱਕ ਕੰਪਾਊਂਡ ਵਰਡ ਆ। ਗਿਵ ਵਨ ਕੰਪਾਊਂਡ ਵਰਡ ਫਾਰ ਥੀਸ ਵਰਡਸ। ਇਹ ਸਾਡੇ ਕੋਲ ਵਰਡਸ ਜਿਹੜੇ ਆ ਗਰੁੱਪ ਆਫ ਵਰਡਸ ਦਿੱਤੇ ਗਏ ਨੇ। ਕਹਿੰਦੇ ਕਿ ਇਹਨਾਂ ਤੋਂ ਹੀ ਘੜ ਕੇ, ਜਿਵੇਂ ਅਸੀਂ ਦ ਲਾਈਟ ਆਫ ਦਾ ਮੂਨ ਨੂੰ ਅਸੀਂ ਮੂਨ ਲਾਈਟ ਕਹਿੰਦੇ ਆ, ਇੱਕ ਵਰਡ ਬਣਾ ਦਿੱਤਾ, ਤੇ ਇਸੇ ਤੋਂ ਹੀ ਕਹਿੰਦੇ ਤੁਸੀਂ ਹੋਰ ਕੰਪਾਊਂਡ ਵਰਡ ਬਣਾਓ। ਜਿਵੇਂ ਟਾਈਮ ਆਫ ਨਾਈਟ ਨੂੰ ਅਸੀਂ ਕੀ ਬਣਾਵਾਂਗੇ, ਨਾਈਟ ਟਾਈਮ, ਨਾਈਟ ਟਾਈਮ। ਵਰਕ ਫਾਰ ਹੋਮ ਨੂੰ ਕੀ ਕਰਾਂਗੇ, ਇਹ ਬਿਲਕੁਲ ਕੰਪਾਊਂਡ ਵਰਡ ਬਣੇਗਾ ਦਾ। ਤੁਸੀਂ ਬਹੁਤ ਫੈਮੀਲੀਅਰ ਹੋ ਇਸ ਵਰਡ ਤੋਂ, ਉਹ ਹੈ ਹੋਮਵਰਕ, ਹੋਮਵਰਕ, ਵਰਕ ਫਾਰ ਹੋਮ। ਕਲੌਥ ਫਾਰ ਏ ਟੇਬਲ, ਉਹਨੂੰ ਕੀ ਬੋਲਦੇ ਆ, ਟੇਬਲ ਕਲੌਥ। ਕਹਿਣ ਦਾ ਭਾਵ ਕਿ ਡਿਫੀਕਲਟ ਲੈਂਗੁਏਜ ਵਰਤਣ ਨਾਲੋਂ, ਜ਼ਿਆਦਾ ਲਫ਼ਜ਼ ਵਰਤਣ ਨਾਲੋਂ ਇੱਕ ਹੀ ਜਿਹੜਾ ਵਰਡ ਕੰਪਾਊਂਡ ਵਰਡ ਬਣਾਇਆ ਜਾਵੇ ਜਿਹਦੇ ਤੋਂ ਆਈਡੀਆ ਕਲੀਅਰ ਹੋ ਜਾਵੇ ਕਿ ਕੀ ਗੱਲ ਕਰਨਾ ਚਾਹੁੰਦੇ ਸੀ। ਕਲੌਥ ਆਫ ਟੇਬਲ ਇਜ਼ ਕਾਲਡ ਟੇਬਲ ਕਲੌਥ। ਲੀਡਰ ਆਫ ਦਾ ਕਲਾਸ ਇਜ਼ ਕਾਲਡ ਕਲਾਸ ਲੀਡਰ। ਲੀਡਰ। ਬਰਸ਼ ਫਾਰ ਦਾ ਟੀਥ ਇਜ਼ ਟੁੱਥ ਬਰਸ਼। ਦੰਦਾਂ ਵਾਲੇ ਬਰਸ਼ ਨੂੰ ਅਸੀਂ ਟੁੱਥ ਬਰਸ਼ ਜਾਂ ਟੀਥ ਬਰਸ਼ ਵੀ ਬੋਲ ਸਕਦੇ ਹੋ ਤੁਸੀਂ। ਕੰਪਾਊਂਡ ਵਰਡ ਬਣਾ ਕੇ ਅਸੀਂ ਆਪਣੀ ਜਿਹੜੀ ਆ ਰੋਜ਼ ਦੀ ਬੋਲ ਬਾਣੀ ਉਹਨੂੰ ਅਸੀਂ ਫਾਸਟ ਕਰ ਸਕਦੇ ਹਾਂ। ਦ ਪੌਟ ਫਾਰ ਦਾ ਫਲਾਵਰਸ ਇਜ਼ ਕਾਲਡ ਫਲਾਵਰ ਪੌਟ। So these are compound words formed from the these type of group of words. So these are new compound words we have. ठीक है जी। So next एक बड़ा interesting अपने को आ गया, कहते below is given a summary of the poem but it has not been edited. There is one mistake in each line. हरेक लाइन 'ਚ ਇੱਕ ਮਿਸਟੇਕ ਹੈ। ਕਹਿੰਦੇ ਅੰਡਰਲਾਈਨ ਦਾ ਮਿਸਟੇਕ ਐਂਡ ਰਾਈਟ ਦਾ ਕਰੈਕਟ ਵਰਡ ਔਨ ਦਾ ਗਿਵਨ ਸਪੇਸ। ਇੱਥੇ ਲਿਖਣਾ ਅਸੀਂ ਹਰੇਕ ਲਾਈਨ ਦੇ ਵਿੱਚ ਇੱਕ ਮਿਸਟੇਕ ਆ ਜਿਹੜੀ ਆਪਾਂ ਫਾਈਂਡ ਆਊਟ ਕਰਨੀ ਆ, ਐਂਡ ਉਸ ਮਿਸਟੇਕ ਨੂੰ ਫਾਈਂਡ ਆਊਟ ਕਰਕੇ ਜਿਹੜਾ ਕਰੈਕਟ ਵਰਡ ਆ ਉਹਨੂੰ ਅਸੀਂ ਇਸ ਪਲੇਸ ਜਿਹੜੀ ਬਲੈਂਕ ਦਿੱਤੀ ਗਈ ਖਾਲੀ ਜਗ੍ਹਾ ਇੱਥੇ ਲਿਖਣਾ। ਸਭ ਤੋਂ ਪਹਿਲਾਂ ਅਸੀਂ ਸਟੱਡੀ ਕਰਦੇ, ਕਹਿੰਦੇ ਇਟ ਵਾਜ਼ ਏ ਮੂਨਲਿਟ ਨਾਈਟ ਆਬੂ ਬਿਨ ਐਦਮ ਇਜ਼ ਸਲੀਪਿੰਗ। ਕਿਉਂਕਿ ਇੱਥੇ ਵਾਜ਼ ਦੀ ਗੱਲ ਕੀਤੀ ਗਈ, ਸੋ ਇਜ਼ ਜਿਹੜਾ ਨਹੀਂ ਲਿਖਣਾ। ਆਬੂ ਬਿਨ ਐਦਮ ਵਾਜ਼ ਸਲੀਪਿੰਗ in his room. Sudden he awoke. Sudden he awoke from his dream. Suddenly, S-U-D-D. Suddenly एकदम he awoke from his dreams. He साज नहीं होना, ਸਿੰਪਲ ਹੀ ਸਾ, ਕਿਉਂਕਿ ਸੀ ਸਾ ਤਾਂ ਆਲਰੇਡੀ ਸੈਕੰਡ ਫਾਰਮ, ਜੇ ਐਸ ਲੱਗਣਾ ਵੀ ਤੇ ਸਾ ਨਾਲ ਨਹੀਂ ਸੀ ਲੱਗਣਾ, ਸੀ ਨਾਲ ਲੱਗਣਾ ਸੀ ਜਿਹੜੀ ਫਸਟ ਫਾਰਮ। ਹੀ ਸਾ ਐਨ ਐਂਜਲ ਰਾਈਟਿੰਗ ਇਨ ਅ ਬੁੱਕ ਆਫ ਗੋਲਡ। ਅਬੂ ਆਸਕਡ ਹਿਮ ਵਟ ਹੀ ਵਾਜ਼ ਰਾਈਟਿੰਗ। ਵਟ ਹੀ ਵਾਜ਼ ਰਾਈਟਿੰਗ, ਜਦੋਂ ਵਾਜ਼ ਵਰ ਲੱਗ ਜਾਵੇ, ਇਜ਼ ਐਮ ਲੱਗ ਜਾਵੇ ਤੇ ਸਿੰਪਲ ਜਿਹੜਾ ਹੁੰਦਾ ਪ੍ਰੈਜ਼ੈਂਟ ਕੰਟੀਨਿਊਸ ਤੇ ਪਾਸਟ ਕੰਟੀਨਿਊਸ ਸੈਂਟੈਂਸ ਦੇ ਵਿੱਚ ਵਰਬ ਦੀ ਫਸਟ ਫਾਰਮ ਦੇ ਨਾਲ ING ਜ਼ਰੂਰ ਲੱਗਦਾ। ਦ ਐਂਜਲ ਰਿਪਲਾਈਡ ਦੈਟ ਹੀ ਵਾਜ਼ ਰਾਈਟਿੰਗ ਦ ਨੇਮਸ ਆਫ ਦੋਜ਼। ਉਹਨਾਂ ਦੇ ਨਾਮ ਲਿਖ ਰਿਹਾ ਜਿਹੜੇ ਪਰਮਾਤਮਾ ਨੂੰ ਪਿਆਰ ਕਰਦੇ। ਨੇਮ ਆਫ ਦੋਜ਼ who loved God. When Abu asked
इफ हिज नेम वाज देयर इन द लिस्ट अबू आस्क्ड, क्योंकि पास्ट इंडेफिनेट च आलमोस्ट गल चलन रही है, पुछया जागया आया है ना, तो इस करके उन्हें उठ्या, रात ਨੂੰ उठ्या। अबू आस्क्ड सैकंड फॉर्म लगूगी। की पूछा ने हाँ, अबू आस्क्ड इफ हिज नेम वाज देयर इन द लिस्ट, द एंजल सेड इट वाज। इट वाज इज नहीं, वाज नॉट। अबू कहता नहीं। अबू रिक्वेस्टेड, एंजल कहता नहीं। अबू रिक्वेस्टेड द एंजल टू राइट ही एज वन who loved his fellow men, to write him, write he नहीं, write him, write him as one who loved his fellow men. The angel wrote and disappeared क्योंकि wrote उन्होंने सेकंड फॉर्म लाई है, तो फिर ਅਸੀਂ डिसअपीयर्ड ਦੀ ਵੀ ਸੈਕੰਡ ਫਾਰਮ ਹੀ ਲਵਾਂਗੇ, ਕਿਉਂਕਿ ਸ਼ੁਰੂ ਤੋਂ ਸਾਰਾ ਹੀ ਜਿਹੜਾ ਪਹਿਰਾ ਵਾ ਇਹ ਪਾਸਟ ਇੰਡੈਫੀਨਿਟ ਦੇ ਵਿੱਚ ਹੀ ਇਹਦੇ 'ਚ ਸਾਰੀ ਗੱਲ ਹੋ ਰਹੀ ਆ, ਸੋ ਇਹਦੇ ਵਿੱਚ ਵੀ ਅਸੀਂ ਸੈਕੰਡ ਫਾਰਮ ਯੂਜ਼ ਕਰਾਂਗੇ। ਦ ਨੈਕਸਟ ਨਾਈਟ ਦ ਐਂਜਲ ਸ਼ੋਡ ਅਬੂ ਦ ਨੇਮਸ ਆਫ those who had been blessed with the love of God, blessed with the loves नहीं, love of God. Abu's name was on the top of, on the नहीं, at the top of. So बच्चों ये सी poem at the top। ਇਹਦੇ ਨਾਲ ਅਸੀਂ ਗ੍ਰਾਮਰ ਵਰਕ ਜਿਹੜਾ ਕਾਫੀ ਕਰ ਲਿਆ, ਔਰ ਮੈਂ ਸਮਝਦਾ ਕਿ ਜੇਕਰ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਣੀ ਨੋਟਬੁੱਕ ਦੇ ਉੱਪਰ ਨੋਟ ਕਰੋਗੇ, ਠੀਕ ਹੈ ਜੀ, ਤੇ ਬਾਰ-ਬਾਰ ਇਹਨਾਂ ਦੀ ਰਿਵੀਜ਼ਨ ਕਰੋਗੇ, ਤੇ ਤੁਹਾਨੂੰ ਲਗਭਗ ਬਹੁਤ ਸਾਰੇ ਜਿਹੜੇ ਤੁਹਾਡੇ ਤੌਖਲੇ ਦੂਰ ਹੋ ਜਾਣਗੇ, ਤੁਹਾਡੀ ਵੋਕੈਬਲਰੀ ਦੇ ਵਿੱਚ ਬੇਤਹਾਸ਼ਾ ਇਜ਼ਾਫਾ ਹੋਏਗਾ, ਕਿਉਂਕਿ ਵੋਕੈਬਲਰੀ ਹੋਣੀ ਬੜੀ ਜ਼ਰੂਰੀ ਆ। ਜਿਹਦੇ ਕੋਲ ਵੋਕੈਬਲਰੀ ਆ ਇੰਗਲਿਸ਼ ਦੇ ਵਿੱਚ, ਉਹ ਸਮਝ ਲਓ ਕਿ ਇੰਗਲਿਸ਼ ਲੈਂਗੁਏਜ ਦਾ ਇੱਕ ਅਮੀਰ ਸਟੂਡੈਂਟ ਆ। ਸੋ ਇਹ ਅਮੀਰੀ ਹਾਸਲ ਕਰਨ ਦੇ ਲਈ ਤੁਹਾਡੇ ਕੋਲ ਸ਼ਬਦ ਭੰਡਾਰ ਜਿਹੜਾ ਵੋਕੈਬਲਰੀ ਉਹ ਹੋਣੀ ਬੜੀ ਜ਼ਰੂਰੀ ਆ। ਸੋ ਬੱਚਿਓ ਇਹ ਸੀ ਪੋਇਮ ਦੇ ਅੱਜ ਦਾ ਐਕਸਰਸਾਈਜ਼ ਵਾਲਾ ਪਾਰਟ। ਜੇਕਰ ਤੁਹਾਨੂੰ ਇਹ ਸਾਡਾ ਵੀਡੀਓ ਲੈਕਚਰ ਅੱਛਾ ਲੱਗਾ, ਸਮਝ ਲੱਗੀ ਇਹਦੀ, ਤੇ ਤੁਸੀਂ ਇਸ ਨੂੰ ਲਾਈਕ ਵੀ ਕਰੋ, ਆਪਣੇ ਫਰੈਂਡਸ ਦੇ ਨਾਲ ਸ਼ੇਅਰ ਵੀ ਕਰੋ, ਤੇ ਨਾਲ ਹੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿਵੇਂ ਦਾ ਲੱਗਿਆ। ਥੈਂਕ ਯੂ ਸੋ ਮਚ।